हाँ जी नमस्कार जी, ਵੈਲਕਮ ਟੂ ਦਿਲ ਦੀਆਂ ਗੱਲਾਂ, ਵੈਲਕਮ ਟੂ ਬ੍ਰੇਕ ਦਾ ਸਟਿਗਮਾ ਐਪੀਸੋਡ। ਅਸੀਂ ਗੱਲ ਕਰ ਰਹੇ ਸੀਗੇ ਪਿਛਲੇ ਹਫਤੇ ਟਰੋਮਾ। ਆਪਾਂ ਇਹ ਐਸਟੈਬਲਿਸ਼ ਕੀਤਾ ਸੀਗਾ ਵੀ 2 ਸਟੈਪ ਅਪਰੋਚ ਹੈ। ਪਹਿਲੀ ਆਪਾਂ ਨੂੰ ਇਹ ਮੰਨਣਾ ਪਊਗਾ ਵੀ ਟਰੋਮਾ ਹੋਇਆ ਹੈ। ਆਪਾਂ ਉਦਾਹਰਨ ਦਿੱਤਾ ਸੀਗਾ ਇੱਕ ਵਿਊਅਰ ਦਾ, ਜਿਹਨਾਂ ਦੀ ਬੇਟੀ ਦਾ ਡਾਈਵੋਰਸ ਹੋਇਆ ਸੀਗਾ ਤੇ ਬੇਟੀ ਉਹਨਾਂ ਦੀ ਬਹੁਤ ਡਿਪਰੈਸ਼ਨ ਦੇ ਸਿੰਪਟਮ ਸ਼ੋ ਕਰ ਰਹੀ ਸੀਗੀ, डाउन फील कर रही सी कि was not living a normal life, traumatic life जी रही ਸੀਗੀ, ਰਾਈਟ। ਤੇ ਤੁਸੀਂ ਕਿਹਾ ਵੀ 2 ਸਟੈਪ ਅਪਰੋਚ ਗਏ। ਪਹਿਲਾ ਐਕਨੋਲੇਜ ਵੀ ਤੁਸੀਂ ਮੰਨੋ ਵੀ ਟਰੋਮਾ ਹੋਇਆ ਹੈ, ਉਹਦਾ ਨੈਗੇਟਿਵ ਇੰਪੈਕਟ ਵੀ ਹੋਇਆ ਹੈ। ਫਿਰ ਤੁਸੀਂ ਆਖਿਆ ਸੀਗਾ ਵੀ ਉਹ ਨੈਗੇਟਿਵ ਇੰਪੈਕਟ ਨੂੰ ਡੇ ਟੂ ਡੇ ਐਕਟੀਵਿਟੀ ਤੋਂ ਬਾਹਰ ਕੱਢਣਾ ਹੈ ਤੇ ਜਿਹੜਾ ਤੁਹਾਡਾ ਸੇਫ ਸਪੇਸ ਹੈ ਉਹਨੂੰ ਤੁਹਾਡੇ ਉਹ ਨੈਗੇਟਿਵ ਸਪੇਸ ਦੇ ਉੱਤੇ ਥਾਂ ਲੈਣ ਦਿਓ। ਇਹਦੇ ਤੋਂ ਅੱਗੋਂ ਸ਼ੁਰੂ ਕਰਦੇ ਹਾਂ ਰਮਨ ਜੀ, ਵੀ ਅਗਲੇ ਸਟੈਪ ਕੀ ਆਪਾਂ ਲੈ ਸਕਦੇ ਹਾਂ ਵੀ ਬੰਦਾ ਉਸ ਟਰੋਮਾ ਤੋਂ ਬਾਹਰ ਆ ਸਕੇ। ਹੁਣ ਜਿਹੜਾ ਅਗਲਾ ਸਟੈਪ ਆ ਉਹ ਹੈਗਾ ਤਾਂ ਨਾਲ ਇਹਨਾਂ ਦੇ ਮਿਲਦਾ ਹੀ ਆ। ਹਾਂਜੀ, ਪ੍ਰੋਬਲਮ ਤਾਂ ਇਹ ਹੋ ਜਾਂਦੀ ਜਦੋਂ ਆਪਾਂ ਮਾਨਸਿਕ ਸਿਹਤ ਬਾਰੇ ਗੱਲ ਕਰਦੇ ਆ, ਕੋਈ 1 2 3 4 ਤਾਂ ਨਹੀਂ ਹੁੰਦਾ। ਹਾਂਜੀ 1 4 2 3 ਹੋ ਸਕਦਾ। ਹਾਂਜੀ, ਇਹ ਜਿਹੜਾ ਸਟੈਪ ਆ ਹੈਗਾ ਸਭ ਤੋਂ ਔਖਾ। ਓਕੇ। ਪਰ ਭਾਵੇਂ ਆਪਾਂ ਸਦਮੇ ਦੀ ਗੱਲ ਕਰਦੇ, ਡਿਪਰੈਸ਼ਨ ਦੀ ਗੱਲ ਕਰਦੇ ਆ, ਘਬਰਾਹਟ ਦੀ, ਗੁੱਸੇ ਦੀ, ਐਡਿਕਸ਼ਨ ਦੀ, ਜਿਹੜੀ ਮਰਜ਼ੀ ਚੀਜ਼ ਬਾਰੇ ਆਪਾਂ ਗੱਲ ਕਰੀਏ, ਇਹ ਸਭ ਤੋਂ ਇੰਪੋਰਟੈਂਟ ਆ। ਓਕੇ। ਪਿਛਲੀ ਵੀਡੀਓ ਦੇ ਵਿੱਚ ਅਸੀਂ ਮਾੜਾ ਮੋਟਾ ਇਹਦੇ ਬਾਰੇ ਗੱਲ ਕੀਤੀ ਸੀ ਕਿ ਜੋ ਸਾਡੇ ਜਜ਼ਬਾਤ ਹੈ, ਤੁਸੀਂ ਇੱਕ ਐਗਜ਼ਾਮਪਲ ਦਿੱਤਾ ਸੀ ਕਿ ਕਿਸੇ ਨਾਲ ਕੋਈ ਲੜਦਾ ਤਾਂ ਸਾਡੇ ਅੰਦਰ ਡਰ ਆਉਂਦਾ। ਹਾਂਜੀ। ਉਹ ਡਰ ਕਰਕੇ, ਉਸ ਲੜਾਈ ਕਰਕੇ ਇੱਕ ਸਦਮਾ ਹੋਇਆ, ਉਹ ਡਰ ਹੁਣ ਹਮੇਸ਼ਾ ਵਿੱਚ ਬੈਠਾ ਕਿ ਮੈਂ ਇੱਥੇ ਜਾਊਂਗੀ, ਉਹਨੂੰ ਮੈਨੂੰ ਮਿਲੂੰਗੀ, ਉਹ ਫਿਰ ਲੜਾਈ ਹੋਊਗੀ, ਉਹ ਡਰ ਬਹਿ ਗਿਆ ਵਿੱਚ। ਹਾਂਜੀ। ਜਿਹੜਾ ਸਦਮਾ ਆ, ਸਦਮੇ ਦੇ ਨਾਲ ਸਾਡੀ ਸੇਫਟੀ ਜਾਂਦੀ ਹੈ। ਹਾਂਜੀ। ਸੈਂਸ ਆਫ ਸੇਫਟੀ। ਸੈਂਸ ਦਾ ਮਤਲਬ ਕਿ ਇਹ ਫੀਲਿੰਗ ਆਫ ਸੇਫਟੀ, ਨਾ ਕਿ ਸਾਡੇ ਦਿਮਾਗ ਦੇ ਵਿੱਚ ਅਸੀਂ ਆਲੇ ਦੁਆਲੇ ਦੇਖ ਕੇ ਕਹੋਗੇ ਕਿ ਹਾਂ ਕੰਧਾ ਹੈ, ਉਹ ਬੰਦਾ ਹੈ ਨਹੀਂਗਾ, ਆਈ ਐਮ ਸੇਫ। ਅਸੀਂ ਪਿਛਲੀ ਵੀਡੀਓ ਦੇ ਵਿੱਚ ਗੱਲ ਕੀਤੀ ਸੀ, ਬਿਲਕੁਲ ਸਹੀ ਗੱਲ ਹੈ, ਕਿ ਉਹ ਬੰਦਾ ਹੈ ਨਹੀਂਗਾ ਇਸ ਪਲ ਦੇ ਵਿੱਚ, ਮੈਂ ਤਾਂ ਰੋਟੀ ਖਾ ਰਿਹਾ, ਸੋ ਫਿਰ ਮੈਂ ਬਸ ਆਹ ਪਲ ਆਪਣਾ ਮੁੜ ਕੇ ਲਿਆਵਾਂ। ਇਹ ਇੱਕ ਸੋਚ ਆ, ਇਹ ਇੱਕ ਆਈਡੀਆ ਆ। ਉਹ ਪਲ ਅਸੀਂ ਮੁੜ ਕੇ ਲਿਆਉਣਾ ਕਿੱਦਾਂ, ਅੱਜ ਅਸੀਂ ਉਹਦੇ ਬਾਰੇ ਗੱਲ ਕਰਦੇ। ਬਿਲਕੁਲ ਜੀ, ਬਿਲਕੁਲ ਆਹੀ ਪ੍ਰਸ਼ਨ ਸੀਗਾ ਉਹਨਾਂ ਦਾ ਵੀ ਅਸੀਂ ਉਹ ਮੰਨ ਗਏ ਹਾਂ ਵੀ ਟਰੋਮਾ ਹੋਇਆ। ਹਾਂਜੀ। ਅਸੀਂ ਮੰਨ ਗਏ, ਅਸੀਂ ਇੰਪੈਕਟਡ ਹੋਏ। ਹਾਂਜੀ। ਪਰੰਤੂ ਅਸੀਂ ਉਹ ਸਾਰੀ ਜ਼ਿੰਦਗੀ ਅਸੀਂ ਦੁੱਖ 'ਚ ਨਹੀਂ ਕੱਢਣਾ ਚਾਹੁੰਦੇ। ਅਸੀਂ ਕਹਿੰਦੇ ਵੀ ਸਾਨੂੰ 24 ਘੰਟੇ ਸੋਚਾਂ ਡਿਸਟਰਬ ਕਰਦੀਆਂ ਰਹਿਣ ਵੀ ਮੇਰੀ ਨੋਰਮਲ ਲਾਈਫ ਹੁਣ ਕਦੇ ਹੋਊਗੀ ਕਿ ਨਹੀਂ ਹੋਊਗੀ। ਉਹਦੇ ਬਾਰੇ ਥੋੜਾ ਜਿਹਾ, ਆਈ ਨੋ ਦਿਸ ਨੋ ਫਾਰਮੂਲਾ 1 + 1 = 2, ਪਰੰਤੂ ਕੁਝ ਅੱਛੀ ਟੈਕਨੀਕ ਤਾਂ ਕਿ ਹਰ ਬੰਦਾ ਇੱਕ ਅੱਛੀ ਮਾਨਸਿਕ ਸਿਹਤ 'ਚ ਰਹਿ ਸਕੇ। ਸੋ ਜਦੋਂ ਅਸੀਂ ਸੇਫਟੀ ਬਾਰੇ ਗੱਲ ਕਰਦੇ, ਉਹ ਫੀਲਿੰਗ ਬਾਰੇ ਗੱਲ ਕਰਦੇ ਹਾਂ, ਆਮ ਤੌਰ ਤੇ ਇਸਦੀਆਂ ਬੱਚੇ ਦੀ ਆ ਭਾਵੇਂ ਬਜ਼ੁਰਗ ਦੀ ਆ, ਸਾਡਾ ਕਲਚਰ ਆ ਜਾਂ ਹੋਰ ਵੀ ਕਲਚਰ ਆ, ਐਜ਼ ਏ ਹਿਊਮਨ, ਇਨਸਾਨੀਅਤ ਦੇ ਵਿੱਚ ਸਾਡੇ ਕੋਲ ਸਾਡੇ ਜਜ਼ਬਾਤਾਂ ਲਈ ਟੋਲਰੈਂਸ ਨਹੀਂ ਹੈਗੀ। ਟੋਲਰੈਂਸ ਦਾ ਮਤਲਬ ਉਸ ਚੀਜ਼ਾਂ ਲਈ ਕਪੈਸਿਟੀ ਨਹੀਂ ਹੈਗੀ, ਉਸ ਚੀਜ਼ ਨੂੰ ਮਹਿਸੂਸ ਕਰਨ ਦੀ ਕਪੈਸਿਟੀ ਨਹੀਂ ਹੈਗੀ। ਭਾਵੇਂ ਜਜ਼ਬਾਤ ਆ, ਭਾਵੇਂ ਸੋਚ ਆ, ਉਹ ਸਮੁੰਦਰ ਦੇ ਵੇਵ ਵਾਂਗਰ ਆਉਂਦੀ ਆ ਤਾਂ ਵੇਵ ਵਾਂਗਰ ਚੱਲ ਜਾਂਦੀ ਆ। ਪਰ ਫਰਕ ਇਹ ਹੋ ਜਾਂਦਾ ਕਿ ਜਦੋਂ ਸਦਮਾ ਹੁੰਦਾ, ਉਹ ਵੇਵ ਆਉਂਦਾ ਤਾਂ ਸਟਕ ਹੋ ਜਾਂਦਾ। ਉਹ ਜਿਹੜੀ ਅੰਦਰ ਡਿਸਕੰਫਰਟ ਆ, ਅਨਈਜ਼ ਆ, ਜਿਹੜੀ ਉਹ ਫੀਲਿੰਗ ਅੰਦਰ ਆਉਂਦੀ ਆ, ਜਿਹੜੀਆਂ ਚੰਗੀਆਂ ਨਹੀਂ ਲੱਗਦੀਆਂ ਸਾਨੂੰ, ਉਹ ਆ ਕੇ ਬਹਿ ਜਾਂਦੀਆਂ ਕਰਕੇ ਉਹ ਜਿਹੜਾ ਸਦਮਾ ਸਾਡੇ ਸਿਸਟਮ ਦੇ ਵਿੱਚ, ਨਰਵਸ ਸਿਸਟਮ ਦੇ ਵਿੱਚ ਆ ਕੇ ਵੱਜ ਗਿਆ। ਓਕੇ। ਹੁਣ ਉਹ ਇੱਥੇ ਬੈਠਾ, ਅੰਦਰ ਸਾਡੇ ਅਨਈਜ਼ ਆ, ਡਿਸਕੰਫਰਟ ਆ। ਉਸ ਆਮ ਤੌਰ ਤੇ ਅਸੀਂ ਡਿਸਕੰਫਰਟ ਤੋਂ, ਦਰਦ ਤੋਂ ਭੱਜਦੇ ਹਾਂ। ਫਰਜ਼ ਕਰੋ ਕਿ ਤੁਹਾਡੇ ਅੱਗੇ ਸਟੋਵ ਆ, ਸਟੋਵ ਤੁਹਾਡਾ ਔਨ ਆ, ਹੀਟ ਹਾਈ ਆ, ਹੱਥ ਤੁਸੀਂ ਉਹਦੇ ਕੋਲ ਲੈ ਕੇ ਜਾਓਗੇ ਤਾਂ ਹੱਥ ਨੇ ਤੁਹਾਡੇ ਬਿਨਾਂ ਸੋਚਦੇ ਇੱਦਾਂ ਪਿੱਛੇ ਨੂੰ ਆ ਜਾਣਾ। ਹਾਂਜੀ। ਕਰਕੇ ਨੈਚੁਰਲੀ ਸਾਡਾ ਸਰੀਰ ਦਰਦ ਤੋਂ ਭੱਜਦਾ, ਪਿੱਛੇ ਨੂੰ ਹੁੰਦਾ, ਸਾਨੂੰ ਬਚਾਉਂਦਾ ਉਸ ਚੀਜ਼ ਤੋਂ। ਤਾਂ ਸਦਮੇ ਦੇ ਨਾਲ ਸਾਨੂੰ ਕੀ ਹੁੰਦਾ? ਦਰਦ ਹੁੰਦਾ, ਅੰਦਰੋਂ ਇਮੋਸ਼ਨਲੀ ਦਰਦ ਹੁੰਦਾ ਸਾਨੂੰ। ਸਹੀ ਕਹਿ ਰਹੇ ਹੋ। ਤੇ ਦਿਲ ਦੁਖਦਾ। ਹਾਂਜੀ। ਹੋਰ ਚੀਜ਼ਾਂ ਵੀ ਉਦਾਸੀ ਹੋ ਸਕਦੀ, ਗੁੱਸਾ ਹੋ ਸਕਦਾ, ਬਹੁਤ ਚੀਜ਼ਾਂ ਹੁੰਦੀਆਂ ਜਿਹੜੇ ਅਨਕੰਫਰਟੇਬਲ ਇਮੋਸ਼ਨ ਆਪਾਂ ਕਹਿ ਲਈਦੇ ਆ। ਬਿਲਕੁਲ ਸਹੀ ਕਹਿ ਰਹੇ ਹੋ। ਉਸ ਚੀਜ਼ ਤੋਂ ਅਸੀਂ ਨਹੀਂ, ਬਿਨ ਸੋਚੇ ਸਾਡਾ ਸਰੀਰ ਉਸ ਚੀਜ਼ ਤੋਂ ਦੂਰ ਹੋਣਾ ਚਾਹੁੰਦਾ। ਦੈਟਸ ਵਾਈ, ਇਸ ਕਰਕੇ ਆਪਾਂ ਬਾਰ-ਬਾਰ ਉਸ ਚੀਜ਼ ਬਾਰੇ ਸੋਚਦੇ ਕਰਕੇ ਦਿਮਾਗ ਨੂੰ ਲੱਗਦਾ ਮੈਂ ਸੋਚ ਕੇ ਇਹਦਾ ਹੱਲ ਲੱਭ ਸਕਦਾ। ਪਰ ਅਸਲੀਅਤ ਇਹ ਹੈਗੀ ਆ ਕਿ ਹਾਂ, ਕਈ ਵਾਰੀ ਤੁਸੀਂ ਸੋਚ ਕੇ ਹੱਲ ਲੱਭ ਸਕਦੇ ਆ,
ਬਹੁਤ ਘੱਟ ਆ ਜਦੋਂ ਤੁਸੀਂ ਸਦਮੇ ਦੇ ਨਾਲ ਗੱਲ ਕਰ ਰਹੇ ਆ ਜਾਂ ਸਦਮੇ ਬਾਰੇ ਗੱਲ ਕਰ ਰਹੇ ਆ ਜਾਂ ਡਿਪਰੈਸ਼ਨ ਬਾਰੇ ਗੱਲ ਕਰ ਰਹੇ ਆ। ਅਲਟੀਮੇਟਲੀ ਇਹ ਸਾਡੀ ਜਿਹੜੀ ਟੋਲਰੈਂਸ ਆ ਉਸ ਚੀਜ਼ ਨੂੰ ਫੀਲ ਕਰਨ ਲਈ ਉਹ ਸਾਨੂੰ ਵਧਾਉਣੀ ਪੈਂਦੀ। ਪਿਛਲੇ ਵੀਡੀਓ ਵਿੱਚ ਅਸੀਂ ਕਿਹਾ ਸੀ ਕਿ ਜਿਹੜੇ ਇੱਕ ਇੱਕ ਪਲ ਆ ਉਹ ਪਲ ਅਸੀਂ ਮੁੜ ਕੇ ਲਿਆਉਣੇ ਆ। ਹਾਂਜੀ। ਸਦਮੇ ਤੋਂ ਮੁੜ ਕੇ ਅਸੀਂ ਲਿਆਉਣੇ ਕਿ ਇਹ ਜਿਹੜਾ ਪਲ ਸੀ ਇਹ ਸਦਮੇ ਤੋਂ ਪਹਿਲਾਂ ਸੇਫ ਸੀ ਮੇਰੇ ਲਈ, ਚੰਗਾ ਸੀ ਮੇਰੇ ਲਈ, ਤਾਂ ਹੁਣ ਇਹ ਵੀ ਅਨਕੰਫਰਟੇਬਲ ਹੋ ਗਿਆ। ਪਿਛਲੀ ਵੀਡੀਓ 'ਚ ਬੜੀ ਸਖਾਲੇ ਨੂੰ ਮੈਂ ਕਹਿਤਾ ਹੈ ਨਾ ਕਿ ਜੇ ਤੁਸੀਂ ਰੋਟੀ ਖਾ ਰਹੇ ਆ ਤਾਂ ਰੋਟੀ ਖਾਓ। ਤੁਸੀਂ ਜਿਹੜੀ ਚੀਜ਼ ਤੋਂ ਡਰ ਰਹੇ ਆ ਉਹ ਤਾਂ ਤੁਹਾਡੇ ਆਲੇ ਦੁਆਲੇ ਨਹੀਂ ਹੈ, ਤਾਂ ਰੋਟੀ ਦਾ ਤੁਸੀਂ ਸੇਫ ਪਲ ਮਹਿਸੂਸ ਕਰੋ। ਹਾਂਜੀ, ਤੁਸੀਂ ਆਇਆ ਆਖਿਆ ਸੀਗਾ ਬੜੀ ਈਜ਼ੀਲੀ ਮੈਂ ਕਿਹਾ। ਅਸਲੀਅਤ ਹੈ ਕਿ ਜਦੋਂ ਤੁਸੀਂ ਜਿਹੜਾ ਮਰਜ਼ੀ ਵੀ ਸੇਫ ਪਲ ਮੁੜ ਕੇ ਤੁਸੀਂ ਲਿਆਉਣਾ, ਉਹ ਇਸ ਮੂਮੈਂਟ ਦੇ ਵਿੱਚ ਜਦੋਂ ਸਦਮਾ ਆਲਰੇਡੀ ਤੁਹਾਡੇ ਅੰਦਰ ਬੜਿਆ ਉਹਦਾ ਅਸਰ ਹੈ। ਇਸ ਪਲ ਦੇ ਵਿੱਚ ਜਿਹੜਾ ਉਹ ਅੱਗੇ ਸੇਫ ਮੂਮੈਂਟ ਹੁੰਦਾ ਸੀ ਉਹ ਹੁਣ ਤੁਹਾਨੂੰ ਸੇਫ ਨਹੀਂ ਮਹਿਸੂਸ ਹੋਣਾ। ਹਾਂਜੀ। ਹੁਣ ਭਾਵੇਂ ਮੈਂ ਰੋਟੀ ਵੀ ਖਾ ਰਿਹਾ, ਮੈਨੂੰ ਉਸ ਚੀਜ਼ ਜੋ ਵੀ ਚੀਜ਼ ਉਹਦੇ ਬਾਰੇ ਡਰ ਆ, ਦਿਮਾਗ ਮੇਰਾ ਉੱਥੇ ਜਾ ਰਿਹਾ, ਆਹ ਪਲ ਮੇਰਾ ਅਨਕੰਫਰਟੇਬਲ ਆ। बट रमन जी देखे ना भी मीन सेफ्टी का इशू नहीं हो रहा, बट स्टिल आई एम नॉट फीलिंग ओके, लाइक आई फील अनईजी, आई फील अनकंफर्ट। तो वो क्या कारण हो सकता है? जैसे उस व्यूअर ने क्या बोला, अब मैं गाड़ी भी चला रहा हूँ ना, मेरे दिमाग में वही एक अनईजी चलती रहती है, मेरी बच्ची ठीक नहीं है, ये साडे नाल क्यों हो गया, साडे घरे आ काम कदे नहीं होए। ਸੋ ਓਕੇ, ਅਸੀਂ ਕਈ ਚੀਜ਼ਾਂ ਬਾਰੇ ਹੁਣ ਤੁਸੀਂ ਗੱਲ ਪੁੱਛ ਰਹੇ ਆ, ਉਹਨਾਂ ਬਾਰੇ ਆਪਾਂ ਇੱਕ ਹੋਰ ਵੀਡੀਓ ਤੋਂ ਬਾਅਦ ਪਾਉਂਗੇ ਜਿਸ 'ਚ ਅਸੀਂ ਇੱਕ ਹੋਰ ਚੀਜ਼ ਜਿਹੜੀ ਤੁਸੀਂ ਕਿਉਂ ਦਾ ਕੁਐਸਚਨ ਪੁੱਛ ਰਹੇ ਆ। ਹਾਂਜੀ। ਕਿਉਂ ਹੋ ਗਿਆ ਮੇਰੇ ਨਾਲ, ਇਹਦੇ ਨਾਲ ਕਿਉਂ ਹੋਇਆ, ਕਾਸ਼ ਜੇ ਇਦਾਂ ਹੁੰਦਾ, ਉਹ ਅਸੀਂ ਅਗਲੀ ਵੀਡੀਓ 'ਚ ਕਰਦੇ ਆ। ਓਕੇ, ਦਿਸ ਮੂਮੈਂਟ ਆਪਾਂ ਸਦਮੇ ਦੇ ਨਾਲ ਰਹਿੰਦੇ ਆ। ਬਟ ਉਹ ਬੰਦਾ ਸਦਮੇ 'ਚ ਹੀ ਹੈ, ਹੀ ਸਫਰਿੰਗ। ਉਹ ਇਹ ਕਹਿੰਦਾ ਹੈ ਭਲੇ ਮੇਰੀ ਸੇਫਟੀ ਇੰਪੈਕਟ ਨਹੀਂ ਕਰ ਰਹੀ ਉਸ ਟਾਈਮ, ਬਟ ਸਟਿਲ ਆਈ ਐਮ ਥਿੰਕਿੰਗ ਆਫ दैट ਸਦਮਾ ਅਗੇਨ ਐਂਡ ਅਗੇਨ, ਆਈ ਐਮ ਲਿਵਿੰਗ दैट ਸੇਮ ਐਪੀਸੋਡ ਅਗੇਨ ਐਂਡ ਅਗੇਨ। ਇਹ ਕੀ ਕਾਰਨ ਹੈ? ਉਹ ਬਾਹਰ ਕਿਵੇਂ ਨਿਕਲਾ? ਹੁਣ ਜਿਹੜੀ ਮੈਂ ਸੇਫਟੀ ਦੀ ਗੱਲ ਕਰ ਰਹੀ ਆ, ਆਈ ਡੋਂਟ ਮੀਨ ਫਿਜ਼ੀਕਲ ਸੇਫਟੀ। ਓਕੇ, ਹਨਾ, ਆਈ ਨॉट ਟਾਕਿੰਗ ਅਬਾਊਟ ਫਿਜ਼ੀਕਲ ਸੇਫਟੀ ਬਾਰੇ ਨਹੀਂ ਗੱਲ ਕਰ ਰਹੇ ਕਿ ਉਸ ਬੰਦੇ ਨੇ ਆ ਕੇ ਮੈਨੂੰ ਮਾਰਨਾ ਜਾਂ ਮੇਰੇ ਮਗਰ ਕੋਈ ਭੱਜ ਰਿਹਾ। ਫਿਜ਼ੀਕਲ ਸੇਫਟੀ ਨਹੀਂ, सेंस ऑफ सेफ्टी। गाइस पे अटेंशन, दिस इज वेरी इंपॉर्टेंट वर्ड। उस व्यूअर ने जब मेरे से पूछा था ना तो मेरे पास इसका जवाब नहीं था, इसलिए अब रमन जी ने क्लियर किया है। इट्स अ सेंस ऑफ सिक्योरिटी, सेंस ऑफ सेफ्टी, सेंस ऑफ ओन सेल्फ। यस, वो खुद को खुद नहीं मान रहा, वो अपने आप को चेहरे में कोई और देख रहा है। yes, he is not living a normal life, this is what we are talking so about। ਹੁਣ ਜੇ ਤੁਸੀਂ ਇਸ ਨੂੰ ਇਹ ਗੱਲ ਕਰਦੇ, I don't know the example ना मैं जी एग्जांपल दिया उन्होंने कि मेरी बेटी का डिवोर्स हो गया है, हमारे सारे घर वाले स्ट्रेस्ड हैं, हमारे घर में ऐसा काम कभी नहीं हुआ, हमारी बेटी उदास है, वो परेशान है, उसको देख के हम सभी परेशान हैं, मेरा मन काम पे नहीं लगता, बेटी के बारे में सोचता रहता हूँ, उसको मैं कैसे समझाऊं नॉर्मल कैसे हो। वो बोलता है मैं खुद ही नॉर्मल नहीं हो पा रहा तो बेटी की हेल्प कैसे कर पाऊं। सो फिजिकली वो सेफ है पर ਉਹਨਾਂ ਦੀ ਸੈਂਸ ਆਫ ਸੇਫਟੀ ਨਹੀਂ ਹੈ। यस, ਉਹਨਾਂ ਦੀ ਕਰਕੇ ਜੋ ਹੋਇਆ ਉਹਨਾਂ ਦੀ ਲਾਈਫ ਦੇ ਵਿੱਚ, ਉਹਦੀ ਜਿਹੜੀ ਸੈਲਫ ਪਰਸਪੈਕਟਿਵ ਸੀ ਉੱਤੇ ਅਸਰ ਪਿਆ। ਸੈਲਫ ਇਮੇਜ ਡੈਮੇਜ ਹੋ ਗਿਆ, ਸੈਲਫ ਇਮੇਜ ਡੈਮੇਜ ਹੋਈ, ਬੇਟੀ ਦੀ ਸੈਲਫ ਇਮੇਜ ਡੈਮੇਜ, ਸੋ ਉਹ ਸੈਂਸ ਆਫ ਸੈਲਫ, ਸੈਂਸ ਆਫ ਸੇਫਟੀ, ਹਾਂਜੀ, ਉਹ ਡੈਮੇਜ ਹੋਈ ਆ। ਹਾਂਜੀ। ਸੋ ਹੁਣ ਜੋ ਤੁਸੀਂ ਕਹਿ ਰਹੇ ਆ ਕਿ ਹਾਂ ਮੈਂ ਫਿਜ਼ੀਕਲੀ ਸੇਫ ਆ ਪਰ ਆਈ ਡੋਂਟ ਫੀਲ ਓਕੇ, ਯਾ ਸਦਮੇ ਨਾਲ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਯੂ ਆਰ ਨਾਟ ਗੋਇੰਗ ਟੂ ਫੀਲ ਓਕੇ। ਤੁਸੀਂ ਇਸ ਪਲ ਦੇ ਵਿੱਚ ਨਹੀਂ ਠੀਕ ਫੀਲ ਕਰਨਾ, ਕਰਕੇ ਤੁਹਾਡੀ ਸੈਂਸ ਆਫ ਸੇਫਟੀ, ਜਿਹੜੀ ਤੁਹਾਡੀ ਅੰਦਰੋਂ ਪੀਸ ਆ, ਉਹ ਸ਼ੇਕ ਹੋਈ ਹੋਆ। ਸੋ ਮੈਂ ਕਹਿ ਰਹੀ ਕਿ ਤੁਸੀਂ ਹੁਣ ਫਰਜ਼ ਕਰੋ, ਅਸੀਂ ਡਿਵੋਰਸ ਬਾਰੇ ਗੱਲ ਕਰਦੇ ਸੀ, ਈਵਨ 3-4 ਐਪੀਸੋਡਸ ਅਗੋ ਅਸੀਂ ਗੱਲ ਕੀਤੀ ਸੀ ਇਹ ਬੜੇ ਕਾਮਨ ਪ੍ਰਸ਼ਨ ਹੈ ਜਿਹੜੇ ਲੋਕੀ ਪੁੱਛਦੇ ਕਿ can a divorce be traumatic? ਹਾਂਜੀ, it can be for sure, depending on the occurrence ਤੇ ਡਿਪੈਂਡ ਕਰਦਾ। ਉਹਦੇ ਨਾਲ ਸਾਡੀ ਸੈਲਫ ਇਮੇਜ ਤੇ ਅਸਰ ਪੈਂਦਾ ਔਰ ਫਾਈਨੈਂਸ਼ੀਅਲ ਸਟੇਟ ਤੇ ਫਰਕ ਪੈਂਦਾ। ਜੋ ਅਸੀਂ ਸੁਪਨੇ ਆਪਣੀ ਲਾਈਫ ਲਈ ਰੱਖੇ ਸੀ ਉਹ ਵੀ ਮਰ ਜਾਂਦੇ ਉਹਦੇ ਨਾਲ। ਸੋ देयर इज अ ਫਾਰਮ ਆਫ ਡੈਥ, ਗ੍ਰੀਫ ਵੀ ਆਉਂਦੀ ਉਸ ਚੀਜ਼ਾਂ ਦੇ ਨਾਲ। all of these things impact our sense of safety। ਤੇ ਹੁਣ ਜੇ ਮੈਂ ਤੁਹਾਨੂੰ ਕਹਤਾ ਕਿ ਡਿਵੋਰਸ ਨੂੰ ਤੁਹਾਡੇ ਨੂੰ 6 ਮਹੀਨੇ ਹੋ ਗਏ, ਤੁਸੀਂ ਹੁਣ ਰੋਟੀ ਖਾ ਰਹੇ ਆ, ਹੁਣ ਤੁਹਾਨੂੰ ਕਾਹਦੀ ਚੀਜ਼ ਦੀ ਅੰਦਰੋਂ ਡਿਸਕੰਫਰਟ ਆ, ਰਾਈਟ? ਅਸੀਂ ਉਸ ਚੀਜ਼ ਬਾਰੇ ਗੱਲ ਕਰ ਰਹੇ ਕਿ ਡਿਸਕੰਫਰਟ ਹਜੇ ਹੈ। ਪਿਛਲੇ ਵੀਡੀਓ 'ਚ ਮੈਂ ਕਿਹਾ ਤੁਸੀਂ ਰੋਟੀ ਖਾ ਰਹੇ ਸੇਫ ਹੈ, ਤੁਸੀਂ ਉਸ ਚੀਜ਼ ਨੂੰ ਮਹਿਸੂਸ ਕਰੋ। ਅੱਜ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਜੇ ਅੰਦਰ ਹਜੇ ਸਦਮਾ ਹੈ, ਤੁਸੀਂ ਸੇਫ ਨਹੀਂ ਮਹਿਸੂਸ ਕਰਨਾ, ਤੁਸੀਂ ਠੀਕ ਨਹੀਂ ਮਹਿਸੂਸ ਕਰਨਾ, ਤੁਸੀਂ ਅਨਕੰਫਰਟੇਬਲ ਮਹਿਸੂਸ ਕਰਨਾ, ਉਸ ਡਿਸਕੰਫਰਟ ਲਈ ਜਗ੍ਹਾ ਬਣਾਓ। ਜੇ ਤੁਸੀਂ ਕਹੋਗੇ ਕਿ ਮੈਂ ਇਸ ਡਿਸਕੰਫਰਟ ਨੂੰ ਇੱਕਦਮ ਹੀ ਠੀਕ ਕਰਨਾ ਕਿ ਰਾਈਟ ਨਾ ਮੈਂ ਨੋਰਮਲ ਹੋ ਜਾਵਾਂ, ਤੁਸੀਂ ਨਹੀਂ ਹੋਣਾ। ਕਰਕੇ ਤੁਹਾਡੀ ਅੰਦਰ ਸਿਸਟਮ ਤੇ ਇੰਪੈਕਟ ਪਿਆ, ਸਰਫੇਸ ਤੇ ਨਹੀਂ ਪਿਆ
ਕਿ ਮਾੜਾ ਜਿਹਾ ਤੁਹਾਡੇ ਇੱਥੇ ਸਕ੍ਰੈਚ ਪੈ ਗਿਆ ਤੇ 2 ਦਿਨਾਂ ਬਾਅਦ ਉਹ ਠੀਕ ਹੋ ਗਿਆ। ਜ਼ਖਮ ਆ, ਤੁਹਾਡੀ ਸਿਸਟਮ ਤੇ ਜ਼ਖਮ ਪਿਆ, ਜ਼ਖਮ ਭਰਨ ਨੂੰ ਸਮਾਂ ਲੱਗਦਾ। ਜੇ ਤੁਹਾਡੀ ਇੱਥੋਂ ਬਾਂਹ ਜ਼ਿਆਦਾ ਹੀ ਕੱਟ ਹੋ ਗਈ, ਉਹ ਦੁਖੂਗੀ ਤਾਂ ਸਹੀ, ਪਤਾ ਹੈ ਕਿ ਜਿਹੜੀ ਚੀਜ਼ ਨਾਲ ਕੱਟੀ ਆ ਉਹ ਹੁਣ ਇੱਥੇ ਆਲੇ ਦੁਆਲੇ ਨਹੀਂ ਹੈ, ਪਰ ਉਹ ਜ਼ਖਮ ਤਾਂ ਤੁਹਾਨੂੰ ਉਹ ਫੀਲ ਤਾਂ ਹੋਊਗਾ। ਹਾਂਜੀ। ਪਰ ਫਿਜ਼ੀਕਲੀ ਸਾਨੂੰ ਪਤਾ ਹੁੰਦਾ ਕਿ ਇਸ ਚੀਜ਼ ਨੂੰ ਟਾਈਮ ਲੱਗਣਾ। ਜੇ ਮੇਰੀ ਲੱਤ ਟੁੱਟ ਗਈ ਜਾਂ ਗੋਡੇ ਦੀ ਮੈਂ ਸਰਜਰੀ ਕਰਕੇ ਹਟੀ, ਮੈਨੂੰ ਪਤਾ ਕਿ ਇਸ ਨੂੰ 3 ਮਹੀਨੇ ਤਾਂ ਉੱਦਾਂ ਲੱਗ ਜਾਣੇ ਤੁਰਨ ਫਿਰਨ ਨੂੰ, 6 ਮਹੀਨੇ ਸਾਲ ਲੱਗ ਜਾਣੇ ਇਹਦੀ ਰਿਕਵਰੀ ਹੋਣ, ਸਾਨੂੰ ਪਤਾ ਫਿਜ਼ੀਕਲੀ। ਪਰ ਜਦੋਂ ਸਾਡੇ ਇਮੋਸ਼ਨ ਤੇ ਆਉਂਦੇ ਆ ਕਰਕੇ ਅਸੀਂ ਅੰਦਰੋਂ ਅਨਕੰਫਰਟੇਬਲ ਆ, ਆਪਾਂ ਚਾਹੁੰਦੇ ਕਿ ਹੁਣੀ ਠੀਕ ਹੋ ਜਾਵੇ, ਕਿੱਦਾਂ ਹੁਣੀ ਠੀਕ ਹੋ ਜਾਵੇ। ਪਰ ਐਕਚੁਅਲੀ ਸੋਲੂਸ਼ਨ ਕੀ ਆ ਕਿ ਜਿਹੜਾ ਉਹ ਜ਼ਖਮ ਆ, ਜਿਹੜਾ ਉਸ ਜ਼ਖਮ ਦਾ ਦਰਦ ਆ, ਤੁਸੀਂ ਇੱਕ ਤਾਂ ਸਮਝ ਲਓ ਕਿ ਇਹਨੂੰ ਭਰਨ ਨੂੰ ਸਮਾਂ ਲੱਗਣਾ। ਬਾਰ-ਬਾਰ ਉਸ ਚੀਜ਼ ਬਾਰੇ ਸੋਚਣ 'ਚ ਉਹ ਜਿਹੜਾ ਜ਼ਖਮ ਆ ਉਹ ਮੁੜ ਕੇ ਖੁੱਲਦਾ, ਬੰਦ ਨਹੀਂ ਹੁੰਦਾ, ਉਹ ਖੁੱਲਦਾ। ਉਸ ਚੀਜ਼ ਨੂੰ ਵੀ ਸਮਝ ਲਓ, ਦਿਮਾਗ ਨੇ ਜਾਣਾ, ਮੁੜ ਕੇ ਤੁਸੀਂ ਉਹਨੂੰ ਲੈ ਆਓ ਕਿ ਦੇਖ ਇਸ ਸੋਚਾਂ ਦੇ ਨਾਲ ਉਹ ਜ਼ਖਮ ਮੁੜ ਕੇ ਖੁੱਲਦਾ, ਭਾਵੇਂ ਮਾੜਾ ਹੀ ਖੁੱਲਦਾ ਹੁਣ, ਪਰ ਫਿਰ ਤੁਹਾਡੀ ਰਿਕਵਰੀ ਨੂੰ ਟਾਈਮ ਜ਼ਿਆਦਾ ਲੱਗੂ। ਪਿਛਲੀ ਵੀਡੀਓ ਵਿੱਚ ਅਸੀਂ ਇਹ ਗੱਲ ਕੀਤੀ ਸੀ ਕਿ ਤੁਸੀਂ ਆਪਣੇ ਆਪ ਜਦੋਂ ਸੋਚ ਜਾਓਗੇ ਉੱਥੇ ਜੋ ਪਿੱਛੇ ਹੋਇਆ, ਜੋ ਸਦਮਾ ਹੋਇਆ ਤੁਹਾਡੇ ਨਾਲ, ਜਾਂ ਜਿਹੜੀ ਤੁਸੀਂ ਗੱਲ ਕਰਕੇ ਜੇ ਦੀ ਗੱਲ, ਜੇ ਇਦਾਂ ਨਾ ਹੁੰਦਾ, ਉਹ ਤਾਂ ਹੋ ਹਟਿਆ, ਉਸ ਚੀਜ਼ ਨੂੰ ਮੰਨਣਾ ਪੈਣਾ। ਜ਼ਖਮ ਵੀ ਹੋ ਹਟਿਆ, ਉਸ ਚੀਜ਼ ਨੂੰ ਵੀ ਮੰਨਣਾ ਪੈਣਾ। ਦਿਮਾਗ ਉੱਥੇ ਜਾ ਰਿਹਾ, ਜ਼ਖਮ ਮੁੜ ਕੇ ਖੁੱਲ ਰਿਹਾ, ਉਸ ਚੀਜ਼ ਨੂੰ ਵੀ ਮੰਨ ਲਓ। ਜਦੋਂ ਜਾਊਗਾ ਦਿਮਾਗ, ਫਿਰ ਜਦੋਂ ਤੁਸੀਂ ਮਨ ਹਟੇ ਆ ਕਿ ਜਦੋਂ ਮੇਰਾ ਦਿਮਾਗ ਉੱਥੇ ਜਾਂਦਾ, ਮੇਰਾ ਅੰਦਰਲਾ ਜ਼ਖਮ ਖੁੱਲ ਜਾਂਦਾ ਮੁੜ ਕੇ, ਉਹ ਠੀਕ ਨਹੀਂ ਹੋ ਰਿਹਾ। ਫਿਰ ਜਦੋਂ ਦਿਮਾਗ ਜਾਊਗਾ ਉੱਥੇ, ਤੁਸੀਂ ਆਪਣੇ ਦਿਮਾਗ ਨੂੰ ਕਹਿ ਸਕਦੇ ਕਿ ਦੇਖ, ਮੈਨੂੰ ਪਤਾ ਕਿ ਅੰਦਰ ਹਜੇ ਦੁੱਖ ਹੈ, ਤਾਂ ਹੀ ਤੂੰ ਪਿੱਛੇ ਨੂੰ ਜਾ ਰਿਹਾ, ਪਰ ਜਦੋਂ ਵੀ ਤੁਸੀਂ ਪਿੱਛੇ ਨੂੰ ਜਾ ਰਹੇ ਆ, ਉਹ ਜ਼ਖਮ ਹੀਲ ਨਹੀਂ ਹੋ ਰਿਹਾ। ਇਨ ਐਕਚੁਅਲਿਟੀ ਉਹ ਖੁੱਲ ਰਿਹਾ, ਉਹ ਭਰ ਨਹੀਂ ਰਿਹਾ। ਤਾਂ ਰਮਨ ਜੀ, ਜੇ ਮੈਂ ਤੁਹਾਡੀ ਗੱਲ ਸਮਝ ਪਾ ਰਿਹਾ ਵੀ ਆਪਾਂ ਟਰੋਮੈਟਿਕ ਈਵੈਂਟ ਜਦੋਂ ਆਪਾਂ ਜੀਨੇ ਹਾਂ, ਜਦੋਂ ਆਪਾਂ ਟਰੋਮੈਟਿਕ ਈਵੈਂਟ ਨੂੰ ਯਾਦ ਕਰਦੇ ਹਾਂ, ਬੇਸਿਕਲੀ ਉਹ ਸਾਨੂੰ ਇੱਕ ਨੈਗੇਟਿਵਲੀ ਇੰਪੈਕਟ ਕਰਦੇ ਹੈ, ਉਸ ਜ਼ਖਮ ਨੂੰ ਦੁਬਾਰਾ ਹਰਾ ਕਰ ਦਿੰਦੇ। ਤੇ ਤੁਸੀਂ ਕਹਿ ਰਹੇ ਹੋ ਵੀ ਆਪਾਂ ਜੋ ਟਰੋਮੇ ਨਾਲ ਲੜਨਾ ਹੈ ਤਾਂ ਆਪਾਂ ਉਹਦੀ ਡਿਪੈਂਡੈਂਸੀ ਨੂੰ ਵਧਾਉਣਾ ਪਏਗਾ, ਸੌਰੀ ਆਪਦੀ ਡਿਪੈਂਡੈਂਸੀ ਘਟਾਉਣੀ ਪਏਗੀ ਤੇ ਟੋਲਰੈਂਸ ਨੂੰ ਵਧਾਉਣਾ ਪਏਗਾ। ਡਿਸਕੰਫਰਟ ਲੈ ਜਿਹੜਾ ਪੇਨ, ਸਾਡੇ ਸਰੀਰ ਦੀ ਜਿਹੜੀ ਦਰਦ ਸਹਿਣ ਦੀ ਸ਼ਮਤਾ ਹੈ ਨਾ, ਉਸ ਸ਼ਮਤਾ ਨੂੰ ਡਿਵੈਲਪ ਕਰਨਾ ਪਏਗਾ ਵੀ ਉਹ ਸ਼ਮਤਾ ਵੱਧ ਗਈ, ਉਹ ਦਰਦ ਛੋਟਾ ਹੋ ਜਾਏ। ਫੋਰ ਐਗਜ਼ਾਮਪਲ, ਦਰਦ ਹੈਗਾ 100, ਸ਼ਮਤਾ ਹੈਗੀ ਹੈ 2, ਆਪਾਂ ਸ਼ਮਤਾ ਕਰਨੀ ਹੈ 100, ਦਰਦ ਕਰਨਾ ਹੈ 2, ਤਾਂ ਕਿ ਸ਼ਮਤਾ ਇੰਨੀ ਜ਼ਿਆਦਾ ਹੋਵੇ ਵੀ ਉਹ ਟਰੋਮਾ ਆਪਾਂ ਨੂੰ ਇੰਪੈਕਟ ਨਹੀਂ ਕਰ ਸਕੇ। ਤੇ ਜਦੋਂ ਆਪਾਂ ਇਦਾਂ ਕਰਦੇ ਸੀ ਨਾ, ਸਾਨੂੰ ਸਮੇਂ ਨਾਲ, ਜਦੋਂ ਆਪਾਂ ਇਸ ਚੀਜ਼ ਨੂੰ ਦੇਖ ਰਹੇ ਹਾਂ, ਆਪਣੇ ਅੰਦਰ ਵੀ ਸਟ੍ਰੈਸ ਦੇ ਨਾਲ, ਸਦਮੇ ਦੇ ਨਾਲ ਆਪਾਂ ਰਿਸ਼ਤਾ ਬਦਲ ਰਹੇ ਹਾਂ। टाइम नहीं दिख रहा मुझे, आई थिंक 22-25 मिनट हो गए, तो 20-22 मिनट हो गए, 22-20 मिनट हो गए। ओके, we're gonna have to cut this part, but let me finish it up. ਜਦੋਂ ਅਸੀਂ ਉਹ ਸਦਮੇ ਬਾਰੇ ਸੋਚ ਰਹੇ ਹਾਂ, ਉਹ ਟੋਲਰੈਂਸ ਅਸੀਂ ਵਧਾਉਣੀ ਆ ਉਸ ਚੀਜ਼ ਬਾਰੇ। ਜਦੋਂ ਉਹ ਟੋਲਰੈਂਸ ਵੱਧ ਜਾਂਦੀ ਆ, ਆਪਾਂ ਸਮੇਂ ਨਾਲ ਜਾਂ ਇਨਸੀਡੈਂਟ ਦੇ ਨਾਲ ਦੇਖਦੇ ਆ, ਇੱਕ ਪਲ ਆਉਣਾ ਤੁਹਾਡੀ ਲਾਈਫ ਦੇ ਵਿੱਚ ਜਦੋਂ ਮੁੜ ਕੇ ਕੁਝ ਹੋਊਗਾ, ਤੁਸੀਂ ਆਪਣੇ ਆਪ ਨੂੰ ਅਬਜ਼ਰਵ ਕਰ ਰਹੇ ਕਿ ਮੇਰੇ ਅੰਦਰ ਇਹ ਸੋਚਾਂ ਆ ਰਹੀਆਂ, ਅੰਦਰ ਮੇਰੇ ਆ ਜਜ਼ਬਾਤ ਆ ਰਹੇ ਆ, ਇਹਨਾਂ ਦਾ ਇਹ ਕਨੈਕਸ਼ਨ ਆ, ਜਦੋਂ ਮੈਂ ਇਦਾਂ ਸੋਚ ਰਹੀ ਹਾਂ ਇਹਦਾ ਇਹ ਅਸਰ ਹੋ ਰਿਹਾ। ਜਦੋਂ ਤੁਸੀਂ ਇਸ ਚੀਜ਼ਾਂ ਨੂੰ ਦੇਖੋਗੇ, ਆਪੇ ਹੀ ਤੁਹਾਨੂੰ ਪਤਾ ਲੱਗ ਜਾਣਾ, ਇੱਕ ਸਮਾਂ ਆਊਗਾ ਜਦੋਂ ਕੁਝ ਹੁੰਦਾ ਲਾਈਫ ਦੇ ਵਿੱਚ, ਤੁਸੀਂ ਉਹਨੂੰ ਦੇਖ ਸਕਦੇ ਆ, ਉਹਨੂੰ ਮਹਿਸੂਸ ਕਰ ਸਕਦੇ, ਚੰਗਾ ਮਾੜਾ ਮਹਿਸੂਸ ਕਰ ਸਕਦੇ ਆ, ਤਾਂ ਅੰਦਰ ਕਿਤੇ ਪਤਾ ਹੁੰਦਾ ਕਿ ਇਹ ਵੀ ਪਲ ਗੁਜ਼ਰ ਜਾਣਾ, ਇਹ ਵੀ ਟਾਈਮ ਲੰਘ ਜਾਣਾ, ਟਾਈਮ ਰੁਕਦਾ ਨਹੀਂ ਹੈ। ਸੋ ਜੋ ਤੁਸੀਂ ਅੱਜ ਮਹਿਸੂਸ ਕਰ ਰਹੇ ਆ, ਉਹ ਤੁਸੀਂ ਸਾਲ ਤੱਕ ਨਹੀਂ ਮਹਿਸੂਸ ਕਰਨਾ, ਸਮਹਾਉ ਉਹ ਬਦਲ ਜਾਣਾ। ਟੋਲਰੈਂਸ ਬਣਾਓਗੇ ਉਸ ਡਿਸਕੰਫਰਟ ਲਈ, ਟੋਲਰੈਂਸ ਬਣਾਓਗੇ ਤੁਸੀਂ, ਦਿਮਾਗ ਘੱਟ ਚੱਲੂ ਉਸ ਪਾਸੇ, ਜ਼ਖਮ ਭਰਨ ਲੱਗ ਪਊ। ਤਾਂ ਜਿਹੜੀ ਤੁਸੀਂ ਰੋਟੀ ਖਾ ਰਹੇ ਸੀ, ਜਿਹੜਾ ਉਹ ਪਲ ਮੈਂ ਕਹਿੰਦੀ ਸੀ ਆਪਣਾ ਮੁੜ ਕੇ ਲਿਆ ਸਕਦੇ ਆ, ਉਹ ਹੌਲੀ ਹੌਲੀ ਤੁਸੀਂ अपना पल मुड़ के लिया सकते हैं। चलिए एक काम शुरू करते हैं, थोड़ा सा अपनी सोचों पे निगाह रखते हैं और इस डिपेंडेंसी को कम करते हुए टॉलरेंस को बढ़ाने के लिए क्या कर सकते हैं, अगली वीडियो में इस बारे में ज़रूर बात करेंगे, क्योंकि मुझे समझ में आती है
अगर हमारी दर्द सहने की क्षमता मजबूत होगी, जो छोटा मोटा दर्द हम जिंदगी में फेस करते हैं, हर आदमी की लाइफ में अप एंड डाउन आते हैं, हम उनसे बहुत स्ट्रांगली लड़ पाएंगे। और वो हमारे जो आम रोज की जिंदगी की जो सुख के पल होते हैं ना, उन पलों को हमसे नहीं छीन पाएंगे। क्योंकि जिंदगी है तो अप एंड डाउन तो आते रहेंगे। हमें मानसिक रूप से मजबूत बनने के लिए अपनी जो ये टॉलरेंस पावर है इन दर्द को सहने की, जो कि आ सकते हैं अनएक्सपेक्टेड, कोई प्लान नहीं होता हमारी ज़िंदगी के अंदर, कोई रूट नहीं करता, बट दे आर मेंट टू बी। तो हम उन चीज़ों से उभर पाएंगे और अपनी ज़िंदगी दोबारा से नॉर्मल तरीके से जी पाएंगे। थैंक यू वेरी मच रमन जी। अगली वीडियो जब जरूर गल करांगे भी असी आदि टॉलरेंस किवें बदल सकते हाँ हैं। जी। थैंक यू वेरी मच।